ਪੰਜਾਬੀ ਲੋਕਧਾਰਾ, ਆਪਣੀ ਧਰਤੀ, ਆਪਣੇ ਲੋਕ। परम सत्कारयोग समूह संगत ਅਤੇ ਕੁਰਸੀਆਂ 'ਤੇ ਬੈਠੇ ਸੱਜਣ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਹਿਮਦ ਸ਼ਾਹ ਅਬਦਾਲੀ ਦੇ ਪਿੱਛੋਂ ਮਿਸਲਾਂ ਨੇ ਪੰਜਾਬ ਨੂੰ ਰੋਕ ਲਿਆ। ਖਾਲਸੇ ਦੇ ਰਾਜ ਦਾ ਆਗਾਜ਼ ਹੋ ਗਿਆ 1765 ਵਿੱਚ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਉਣਾ। 1790 ਦਾ ਉਹ ਸਾਲ ਸੀ ਜਿਹੜੇ ਸਾਲ ਦੇ ਵਿੱਚ ਰਣਜੀਤ ਸਿੰਘ ਨੇ ਮਿਸਲਾਂ ਦੀ ਤਾਕਤ ਦੇ ਵਿੱਚ ਪੈਰ ਧਰਿਆ ਸੀ। 10 ਸਾਲ ਦਾ ਸੀ ਉਦੋਂ, 10 ਸਾਲ ਦਾ। ਰੱਬ ਨੇ ਉਹਨੂੰ ਇਤਨੀ ਸੂਝ ਬੁੱਧ ਬਖਸ਼ੀ ਹੋਈ ਸੀ ਕਿ 10 ਸਾਲ ਦੇ ਬੱਚੇ ਨੇ ਆਪਣੇ ਆਪ ਨੂੰ ਮਿਸਲਾਂ ਦਾ ਮੋਹਰੀ ਬਣਨ ਦੀ ਨੌਬਤ ਤੱਕ ਲੈ ਆਂਦਾ ਸੀ। ਮੋਹਰੀ ਬਣਨ ਦੀ 1799 ਤੱਕ 98 ਤੱਕ ਰਣਜੀਤ ਸਿੰਘ ਸਾਰੀਆਂ ਮਿਸਲਾਂ ਦਾ ਮੋਹਰੀ ਬਣ ਗਿਆ ਸੀ। ਜਦੋਂ ਸ਼ਾਹ ਜਮਾਨ ਦੇ ਅਖੀਰਲੇ ਹਮਲੇ ਵੇਲੇ ਉਹਦਾ ਟਾਕਰਾ ਕੀਤਾ ਸੀ। ਇਹ ਹਿੰਮਤ ਸੀ, ਹੌਸਲਾ ਸੀ। ਹਿੰਮਤ ਅਤੇ ਹੌਸਲੇ ਦੇ ਨਾਲ ਨਾਲ ਭਰੋਸਾ ਸੀ, ਵਿਸ਼ਵਾਸ, ਆਪਣੇ ਡੋਲਿਆਂ ਦੇ ਵਿੱਚ ਵਿਸ਼ਵਾਸ, ਆਪਣੇ ਫਲਸਫੇ ਦੇ ਵਿੱਚ ਵਿਸ਼ਵਾਸ, ਆਪਣੇ ਗੁਰੂ ਦੇ ਵਿੱਚ ਵਿਸ਼ਵਾਸ। ਜਦ ਤੁਸੀਂ ਇੱਕ ਡਿਟਰਮਿਨਡ ਹੋ ਕੇ, ਦ੍ਰਿੜ ਚਿੱਤ ਹੋ ਕੇ ਤੁਰਦੇ ਹੋ, ਆਪਣੇ ਆਪ ਤੁਹਾਡੇ ਸਾਹਮਣੇ ਰਸਤੇ ਬਣਨ ਲੱਗ ਜਾਂਦੇ ਨੇ। ਆਪਣੇ ਆਪ ਜਦ ਤੁਸੀਂ ਦ੍ਰਿੜ ਚਿੱਤ ਹੋ ਕੇ ਤੁਰਦੇ ਹੋ, ਗੁਰਬਾਣੀ 'ਚ ਵਿਸ਼ਵਾਸ ਰੱਖ ਕੇ ਤੁਰਦੇ ਹੋ, ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਇਕੱਠੇ ਹੋ ਕੇ ਤੁਰਦੇ ਹੋ ਔਰ ਯੂਨਾਈਟਿਡ ਹੋ ਕੇ ਤੁਰਦੇ ਹੋ, ਰਸਤੇ ਆਪ ਹੀ ਬਣ ਜਾਂਦੇ ਨੇ। ਆਪ ਹੀ ਲਾਹੌਰ ਦੇ ਲੋਕ ਇਕੱਠੇ ਹੋ ਕੇ ਰਣਜੀਤ ਸਿੰਘ ਕੋਲੇ ਆ ਗਏ ਜੀ, ਸਾਨੂੰ ਇਸ ਲੁੱਟ ਸੁੱਟ ਤੋਂ ਬਚਾਓ, ਅਸੀਂ ਬਹੁਤ ਔਖੇ ਹਾਂ। ਹਰ ਰੋਜ਼ ਲੁੱਟਾਂ ਖੋਹਾਂ ਹੁੰਦੀਆਂ ਨੇ ਲਾਹੌਰ 'ਚ। ਕੋਈ ਹਾਕਮ ਨਹੀਂ, ਕੋਈ ਹੋਰ ਫੋਰਸ ਨਹੀਂ ਜਿਹੜੀ ਸਾਡੀ ਰੱਖਿਆ ਕਰ ਸਕੇ। ਰਸਤੇ ਆਪਣੇ ਆਪ ਹੀ ਬਣ ਜਾਂਦੇ ਨੇ। 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਦਾ ਮਾਲਕ ਬਣ ਗਿਆ ਸੀ। ਲਾਹੌਰ ਰਾਜਧਾਨੀ ਸੀ ਪੰਜਾਬ ਦੀ। ਰਾਜਧਾਨੀ ਸਟੇਟ ਦਾ ਸਿਰ ਹੁੰਦੀ ਹੈ। ਰਾਜਧਾਨੀ ਸਟੇਟ ਦਾ ਸਿਰ ਹੁੰਦੀ ਹੈ। ਤੁਸੀਂ ਆਪਣੇ ਸਿਰ ਤੋਂ ਪਛਾਣੇ ਜਾਓਗੇ। ਹਰ ਵਿਅਕਤੀ ਦੀ ਪਛਾਣ ਉਹਦੇ ਸਿਰ ਤੋਂ ਆ ਜਾਂਦੀ ਹੈ ਕਿ ਇਹ ਬੰਦਾ ਅਣਖ ਵਾਲਾ ਹੈ ਜਾਂ ਕਿਹਾ ਜਾਏ, ਇਹ ਬੰਦਾ ਸਰਦਾਰੀ ਟੌਰ ਵਾਲਾ ਜਾਂ ਗੀਦੀ ਪਨਾਏ ਦੇ ਵਿੱਚ। ਸਾਡੀ ਸਟੇਟ ਦੀ ਤਾਂ ਕੋਈ ਰਾਜਧਾਨੀ ਹੀ ਨਹੀਂ ਹੈ। ਉਹ ਕੀ ਕਰ ਲਓਗੇ ਤੁਸੀਂ? 37-38 ਸਾਲ ਹੋ ਗਏ, 37-38 ਸਾਲ ਜ਼ਿਆਦਾ ਹੋ ਗਏ। 66 ਸੂਬਾ ਬਣਿਆ ਸੀ, 35 ਜ਼ਿਆਦਾ ਹੋ ਗਏ ਸਾਲ ਇਹ। ਅੱਜ ਤੱਕ 53-54 ਸਾਲ ਹੋ ਗਏ। ਅੱਜ ਤੱਕ ਪੰਜਾਬ ਦੀ ਰਾਜਧਾਨੀ ਨਹੀਂ ਸਾਨੂੰ ਮਿਲੀ। ਅੱਜ ਤੱਕ ਤੁਹਾਡੇ ਪੰਜਾਬ ਦੀ ਨਿਸ਼ਾਨੀ ਕਿੱਥੋਂ ਮਿਲੂਗੀ ਲੋਕਾਂ ਨੂੰ? ਪਛਾਣ ਕਿਵੇਂ ਆ? ਕਿੱਥੋਂ ਪਛਾਣ ਕਰਨਗੇ ਪੰਜਾਬ ਦੀ? ਉਹ ਵਰਤਮਾਨ ਪੰਜਾਬ ਦੀ ਕਿਹੋ ਜਿਹਾ ਪੰਜਾਬ ਹੈ, ਕਿਹੋ ਜਿਹੇ ਪੰਜਾਬੀ ਨੇ? ਰਾਜਧਾਨੀ ਹੀ ਨਹੀਂ ਹੈ ਤੁਹਾਡੇ ਕੋਲ। ਰਣਜੀਤ ਸਿੰਘ ਦੇ ਵੇਲੇ ਸਾਰਾ ਪੰਜਾਬ ਕੋਈ ਆਰਗੇਨਾਈਜ਼ ਕੀਤਾ ਹੋਇਆ ਪੰਜਾਬ ਨਹੀਂ ਸੀ। ਇਹ ਖਿਲਰਿਆ ਕੁਦਰਿਆ ਪੰਜਾਬ ਸੀ, ਖਿਲਰਿਆ ਕੁਦਰਿਆ। ਅਨੇਕਾਂ ਰਿਆਸਤਾਂ ਸਨ, ਨਿੱਕੀਆਂ ਵੱਡੀਆਂ, ਅਨੇਕਾਂ ਸੂਬੇ ਸਨ, ਆਪਣੇ ਆਪ ਦੇ ਵਿੱਚ ਸੁਤੰਤਰ। ਜਗੀਰਦਾਰ ਵੀ ਸੁਤੰਤਰ ਹੋਏ ਬੈਠੇ ਸਨ। ਕੋਈ ਇਹ ਨਾ ਇੱਕ ਸੂਬਾ ਸੀ, ਨਾ ਇੱਕ ਕੰਟਰੀ ਸੀ। 25 ਦੇ ਕਰੀਬ ਤਾਂ ਇੱਥੇ ਮੁਸਲਮਾਨੀ ਸਟੇਟਾਂ ਸਨ ਪੰਜਾਬ ਦੇ ਵਿੱਚ। 27 ਦੇ ਕਰੀਬ ਇੱਥੇ ਹਿੰਦੂ ਸਟੇਟਾਂ ਸਨ। 16 ਦੇ ਕਰੀਬ ਇੱਥੇ ਮਿਸਲਦਾਰੀਆਂ ਸਨ। ਸਭ ਅਲੱਗ ਅਲੱਗ।
ਰਣਜੀਤ ਸਿੰਘ ਨੇ ਦੇਖੋ ਕਿਵੇਂ ਸਟੈਪ ਬਾਈ ਸਟੈਪ ਪੰਜਾਬ ਦੇ ਪਿੰਡਾਂ ਨੂੰ, ਨਗਰਾਂ ਨੂੰ, ਸ਼ਹਿਰਾਂ ਨੂੰ ਇਕੱਠਾ ਕਰਦਾ ਹੈ। ਇੱਕ ਇੱਕ ਪਿੰਡ ਇਕੱਠਾ ਕੀਤਾ, ਜਿੱਤ ਕੇ ਇੱਕ ਇੱਕ ਪਿੰਡ ਆਪਣੀ ਮਿਸਲ ਦੇ 25-26 ਪਿੰਡਾਂ 'ਚੋਂ ਨਿਕਲਿਆ ਸੀ ਰਣਜੀਤ ਸਿੰਘ। ਜਿਹੜੀ ਆਪਣੀ ਕਿਹੜੀ ਆਪਣੇ ਮਿਸਲ ਦਾ ਨਾਂ ਕੀ ਸੀ ਰਣਜੀਤ? ਸ਼ੁਕਰ ਚੱਕੀਆ। ਓਰੀਜਨਲ ਪਿਓ ਦਾਦੇ ਦੇ ਜਿਹੜੇ ਖਾਨਦਾਨ ਵਾਲੀ ਉਹਦੀ ਮਿਸਲ ਸੀ 25 ਜਾਂ 26 ਪਿੰਡਾਂ ਵਾਲੀ ਸੀ। 25-26 ਪਿੰਡਾਂ ਦੀ ਮਿਸਲਦਾਰੀ ਦੇ ਵਿੱਚੋਂ ਰਣਜੀਤ ਸਿੰਘ ਕਿਵੇਂ ਲਾਹੌਰ ਦਾ ਮਾਲਕ ਬਣਦਾ ਹੈ, ਕਿਵੇਂ ਕਸੂਰ ਨੂੰ ਜਿੱਤਦਾ ਹੈ, ਕਿਵੇਂ ਅੰਮ੍ਰਿਤਸਰ ਨੂੰ ਜਿੱਤਦਾ ਹੈ, ਕਿਵੇਂ ਪੰਜਾਬ ਦੇ ਪਿੰਡਾਂ ਨੂੰ ਜਿੱਤਦਾ ਹੈ, ਕਿਵੇਂ ਜਿੱਤ ਗਿਆ ਉਹ? ਕਿਉਂਕਿ ਉਹਦਾ ਵਿਸ਼ਵਾਸ ਸੀ, ਮੇਰਾ ਗੁਰੂ ਮੇਰੇ ਅੰਗ ਸੰਗ ਹੈ। ਬਿਨਾਂ ਵਿਸ਼ਵਾਸ ਤੋਂ ਤੁਸੀਂ ਕੋਈ ਜਿੱਤ ਨਹੀਂ ਜਿੱਤ ਸਕਦੇ। ਬਿਨਾਂ ਵਿਸ਼ਵਾਸ ਤੋਂ ਹਰ ਕੌਮ ਦਾ ਆਪਣਾ ਵਿਸ਼ਵਾਸ ਹੁੰਦਾ। ਇਕੱਲਾ ਇਹੀ ਸਿੱਖਾਂ ਵਾਸਤੇ ਨਹੀਂ ਵੀ ਸਿੱਖਾਂ ਦੀ ਵਿਸ਼ਵਾਸ ਹੈ, ਹਰ ਕੌਮ ਲਈ ਉਹਦਾ ਵਿਸ਼ਵਾਸ ਹੁੰਦਾ। ਜਦੋਂ ਦੁਸ਼ਮਣ ਤੁਹਾਡੇ ਵਿਸ਼ਵਾਸ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਉਹਦਾ ਮਕਸਦ ਵੀ ਇਹੀ ਹੁੰਦਾ ਹੈ, ਇਹਨੂੰ ਇਹਦੇ ਮੇਨ ਧੁਰੇ ਨਾਲੋਂ ਤੋੜ ਦਿਓ। ਮੇਨ ਧੁਰੇ ਨਾਲੋਂ ਤੋੜ ਦੋਗੇ, ਇਹਨੂੰ ਅੱਧਾ ਮਾਰ ਲਓਗੇ। ਗੁਲਾਮ ਲੋਕਾਂ ਦੇ ਬਹੁਤ ਦੁਸ਼ਮਣ ਬਣ ਜਾਂਦੇ ਨੇ, ਬਹੁਤ ਮਾੜੇ ਬੰਦੇ ਦਾ ਹਰੇਕ ਦੁਸ਼ਮਣ ਬਣ ਜਾਂਦਾ। ਦੋਸਤ ਕੋਈ ਹੁੰਦਾ ਹੈ। ਪਿੰਡ 'ਚ ਵੀ ਦੇਖ ਲਓ ਤੁਸੀਂ, ਜਿਹੜਾ ਆਪਣਾ ਸਮਾਜਿਕ ਭਾਈਚਾਰਾ ਹੈ, ਮਾੜੇ ਦਾ ਕੋਈ ਨਹੀਂ ਹੋਏਗਾ। ਹਰੇਕ ਬੰਦਾ ਤਕੜੇ ਨਾਲ ਖੜੇਗਾ, ਗੁਲਾਮ ਨਾਲ ਕੋਈ ਨਹੀਂ ਖੜੇਗਾ। ਵਿਸ਼ਵਾਸ ਦੇ ਸਿਰ 'ਤੇ ਤੁਸੀਂ ਲੜਾਈ ਲੜ ਸਕਦੇ ਹੋ। ਵਿਸ਼ਵਾਸ ਦੇ ਸਿਰ 'ਤੇ ਤੁਸੀਂ ਆਪਣੀ ਤਾਕਤ ਐਸਟੈਬਲਿਸ਼ ਕਰ ਸਕਦੇ ਹੋ। ਬਿਨਾਂ ਵਿਸ਼ਵਾਸ ਤੋਂ ਕੁਛ ਵੀ ਨਹੀਂ ਕਰ ਸਕਦੇ। ਜੇ ਅੱਜ ਦੁਸ਼ਮਣ ਸਾਡਾ ਇਹ ਕੋਸ਼ਿਸ਼ ਕਰ ਰਿਹਾ ਹੈ ਸਿੱਖਾਂ ਦਾ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਨਾਲੋਂ ਵਿਸ਼ਵਾਸ ਤੋੜ, ਸਮਝੋ ਕਿ ਸਿੱਖਾਂ ਨੂੰ ਤੁਸੀਂ ਅੱਧਾ ਮਾਰ ਲਿਆ। ਅੰਗਰੇਜ਼ ਦੀ ਵੀ ਇਹੀ ਕੋਸ਼ਿਸ਼ ਸੀ, ਕੋਸ਼ਿਸ਼ ਮੁਗਲਾਂ ਦੀ ਵੀ ਇਹੀ ਸੀ। ਮੁਗਲ ਬੇਵਕੂਫ ਕਿਸਮ ਦੇ ਬੰਦੇ ਸਨ, ਉਹ ਠਾ ਸੋਟਾ ਮਾਰਦੇ ਸਨ। ਅੰਗਰੇਜ਼ ਬੇਵਕੂਫ ਨਹੀਂ ਸੀ, ਮੈਂ ਝੁਕ ਨਹੀਂ ਸਕਦਾ। ਅੰਗਰੇਜ਼ ਬੇਵਕੂਫ ਨਹੀਂ ਸੀ। ਅੰਗਰੇਜ਼ ਨੇ ਕੋਸ਼ਿਸ਼ ਕੀਤੀ ਸੀ ਪਹਿਲਾਂ ਆਰਗੇਨਾਈਜ਼ਡ ਤਰੀਕੇ ਨਾਲ ਸਿੱਖਾਂ ਦਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ। ਸਭ ਕੁਛ ਕਰਤਾ ਸੀ ਅੰਗਰੇਜ਼ ਨੇ। ਸਿੱਖ ਫੌਜੀਆਂ ਨੂੰ ਅੰਮ੍ਰਿਤ ਛਕਣ ਦੀ ਸ਼ਰਤ ਵੀ ਲਾਤੀ ਸੀ। ਸਿੱਖ ਪਲਟਨਾਂ ਲਈ ਇਹ ਵੀ ਸ਼ਰਤ ਲਾਤੀ ਸੀ ਕਿ ਤੁਹਾਡੀ ਅਗਵਾਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਰੇਗੀ ਅਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ, ਉਹ ਸਭ ਕੁਝ, ਕਿਉਂਕਿ ਉਹਨਾਂ ਨੂੰ ਲੜਾਉਣਾ ਸੀ। ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਤੁਰਦਾ ਹੈ, ਫਿਰ ਭਾਵੇਂ ਮਰ ਜੇ, ਭਾਵੇਂ ਕੁਛ ਵੀ ਹੋ ਜਾਏ, ਉਹ ਭੱਜੇਗਾ ਨਹੀਂ। ਅੰਗਰੇਜ਼ ਨੂੰ ਇਸ ਗੱਲ ਦਾ ਪਤਾ ਸੀ। ਲੜਾਈਆਂ ਲੜ ਕੇ ਸਿੱਖਾਂ ਨਾਲ ਉਹ ਦੇਖ ਚੁੱਕਿਆ ਸੀ। ਲੜਾਈ ਦੀ ਗੱਲ ਮੈਂ ਪਿੱਛੋਂ ਕਰਾਂਗਾ। ਸੋ ਅੰਗਰੇਜ਼ਾਂ ਨੇ ਵੀ ਕੋਸ਼ਿਸ਼ ਕੀਤੀ ਸੀ ਸਿੱਖਾਂ ਦਾ ਵਿਸ਼ਵਾਸ ਕਿਸੇ ਤਰੀਕੇ ਨਾਲ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਦਿਓ। ਫਿਰ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਕੋਈ ਔਖੀ ਗੱਲ ਨਹੀਂ ਹੋਈ। ਕਿਵੇਂ ਤੋੜਿਆ ਵਿਸ਼ਵਾਸ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਨਾਲੋਂ? ਪਹਿਲਾਂ ਟਰੰਪ ਦੀ ਡਿਊਟੀ ਲਾਈ, ਅਰਨੈਸਟ ਟਰੰਪ ਦੀ। ਤੂੰ ਅੰਗਰੇਜ਼ੀ 'ਚ ਤਰਜਮਾ ਕਰ ਦੇ ਇਹਦਾ। ਉਹ ਬਥੇਰਾ ਕਹਿ ਰਿਹਾ ਮੈਨੂੰ ਪੰਜਾਬੀ ਨਹੀਂ ਆਉਂਦੀ, ਮੈਨੂੰ ਗੁਰਬਾਣੀ ਨਹੀਂ ਆਉਂਦੀ। ਤੂੰ ਪਰਵਾਹ ਨਾ ਕਰ, ਤੂੰ ਇਹਦਾ ਤਰਜਮਾ ਕਰ ਦੇ ਇੰਗਲਿਸ਼ ਦੇ ਵਿੱਚ, ਜਿਵੇਂ ਮਰਜ਼ੀ ਕਰ ਦੇ। ਆਪਾਂ ਨੇ ਕਿਹੜਾ ਇਹਦੀ ਸੈਂਕਟਿਟੀ ਰੱਖ ਕੇ ਦੇਖਣਾ ਵੀ ਸਾਡੇ ਗੁਰੂ ਦੀ ਬੇਅਦਬੀ ਹੁੰਦੀ ਹੈ, ਕੀ ਹੁੰਦੀ ਹੈ। ਤੂੰ ਤਰਜਮਾ ਕਰ, ਜਿਵੇਂ ਸਿੱਖ ਪੜ੍ਹਨਗੇ ਉਹ ਉਵੇਂ ਜਿਵੇਂ ਮੰਨੀ ਜਾਣਗੇ ਕਿ ਵੀ ਅੰਗਰੇਜ਼ਾਂ ਨੇ ਅੰਗਰੇਜ਼ੀ 'ਚ ਲਿਖਿਆ ਹੋਇਆ। ਪਤਾ ਨਹੀਂ ਇਹ ਅੰਗਰੇਜ਼ੀ ਵਿੱਚ ਸੱਚਮੁੱਚ ਹੀ ਕੋਈ ਇਲਾਹੀ ਬਾਣੀ ਲਿਖੀ ਹੈ, ਕਿਉਂਕਿ ਪੜ੍ਹਨੀ ਤਾਂ ਕਿਸੇ ਨੂੰ ਆਉਂਦੀ ਨਹੀਂ ਸੀ। ਪੜ੍ਹਨੀ ਤਾਂ ਉਹੀ ਉਸੇ ਦਾ ਸਿੱਖਣਗੇ ਜਿਵੇਂ ਅੰਗਰੇਜ਼ੀ ਪੜ੍ਹਨੀ ਸਿੱਖਿਆ ਹੋਊਗਾ। ਟਰੰਪ ਵਾਰ-ਵਾਰ ਕਹਿ ਰਿਹਾ, ਜੇ ਕਿਸੇ ਦਾ ਤੁਹਾਨੂੰ ਮੌਕਾ ਲੱਗੇ ਨਾ ਟਰੰਪ ਦਾ ਤਰਜਮਾ ਪੜ੍ਹਨ ਦਾ, ਵੈਸੇ ਉਹ ਮਿਲਦਾ ਨਹੀਂ, ਪੜ੍ਹਨਾ ਵੀ ਔਖਾ ਹੈ,
ਔਖੀ ਇੰਗਲਿਸ਼ ਦੇ ਵਿੱਚ ਹੈ, ਪਰ ਜੇ ਲਾਇਬ੍ਰੇਰੀਆਂ 'ਚ ਮਿਲ ਜੇਗਾ ਤੁਹਾਨੂੰ, ਤੇਜਾ ਸਿੰਘ ਜੀ ਕਿਸੇ ਲਾਇਬ੍ਰੇਰੀ 'ਚ ਪਿਆ ਹੋਊਗਾ, ਉਹ ਤੁਹਾਨੂੰ ਮਿਲ ਜੇਗਾ, ਠੀਕ ਹੈ ਨਾ। ਉਹ ਨਹੀਂ ਮਿਲਦੀ। ਤੁਸੀਂ ਜਦੋਂ ਉਹ ਟਰੰਪ ਦਾ ਉਹਦਾ ਟਾਈਟਲ ਹੈ ਆਦਿ ਗ੍ਰੰਥ, ਅੰਗਰੇਜ਼ੀ 'ਚ ADI ਅੱਗੇ ਗ੍ਰੰਥ, ਆਦਿ ਗ੍ਰੰਥ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੀ ਤੁਸੀਂ ਪ੍ਰੀਫੇਸ ਹੀ ਪੜ੍ਹ ਲਓ, 4 ਪੰਨਿਆਂ ਦੀ ਪ੍ਰੀਫੇਸ। ਉਹ ਵਾਰ-ਵਾਰ ਮੁਆਫੀ ਮੰਗ ਰਿਹਾ ਅੰਗਰੇਜ਼ਾਂ ਕੋਲੋਂ, ਮੈਨੂੰ ਪੰਜਾਬੀ ਨਹੀਂ ਆਉਂਦੀ, ਮੈਨੂੰ ਅੰਗਰੇਜ਼ੀ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ, ਮੇਰੀ ਡਿਊਟੀ ਲਾ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਕਰਨ 'ਤੇ। ਉਹ ਬੰਦਾ ਖੁਦ ਕਹਿ ਰਿਹਾ ਹੈ, ਅੰਗਰੇਜ਼ ਅਧਿਕਾਰੀ ਕਹਿ ਰਹੇ ਨੇ, ਤੂੰ ਯਾਰ ਪਰਵਾਹ ਕਿਉਂ ਕਰਦਾ, ਤੂੰ ਜਿਸ ਤਰ੍ਹਾਂ ਦਾ ਮਰਜ਼ੀ ਕਰ ਦੇ, ਕਰ ਦੇ। ਮਤਲਬ ਉਹਨਾਂ ਦਾ ਇਹ ਸੀ, ਤੂੰ ਜੋ ਵੀ ਅਵਾ ਤਵਾ ਲਿਖੇਗਾ ਨਾ ਇੰਗਲਿਸ਼ ਦੇ ਵਿੱਚ, ਸਿੱਖਾਂ ਨੇ ਜਿਹੜੇ ਸਾਡੇ ਗੁਲਾਮ ਸਿੱਖ ਹੋਣਗੇ ਨਾ, ਉਹ ਸਾਡੀ ਅੰਗਰੇਜ਼ੀ ਨੂੰ ਰੱਬੀ ਬਾਣੀ ਸਮਝ ਕੇ ਪੜ੍ਹਨਗੇ, ਉਹ ਉਵੇਂ ਜਿਵੇਂ ਹੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਨਗੇ। ਬਹੁਤ ਰੌਲਾ ਪਿਆ ਸੀ ਜਦੋਂ ਟਰੰਪ ਦਾ ਤਰਜਮਾ ਹੋ ਕੇ ਮਾਰਕੀਟ ਦੇ ਵਿੱਚ, ਸਿੱਖਾਂ ਨੇ ਬਹੁਤ ਰੌਲਾ ਪਾਇਆ, ਇਹ ਗਲਤ ਕਰ ਰਿਹਾ, ਇਹਨੂੰ ਖੁਦ ਨੂੰ ਪੰਜਾਬੀ ਨਹੀਂ ਆਉਂਦੀ, ਨਾ ਹੀ ਇਹਨੂੰ ਅੰਗਰੇਜ਼ੀ ਆਉਂਦੀ ਹੈ, ਇਹ ਕਿਵੇਂ ਤਰਜਮਾ ਕਰ ਲੂਗਾ ਗੁਰੂ ਗ੍ਰੰਥ ਸਾਹਿਬ ਦਾ। ਕਿਸੇ ਨੇ ਪਰਵਾਹ ਨਹੀਂ ਕੀਤੀ, ਕਿਉਂਕਿ ਸਿੱਖ ਗੁਲਾਮ ਸਨ, ਉਹਨਾਂ ਦਾ ਰਾਜ ਸੀ। ਅਤੇ ਜਦੋਂ ਮਾਰਕੀਟ 'ਚ ਆ ਗਿਆ, ਮਾਰਕੀਟ 'ਚ ਆ ਕੇ ਸਰਦਾਰਾਂ ਨੇ ਵੀ ਪੜ੍ਹਿਆ, ਜਿਹੜੇ ਹੋਰ ਨੇ ਪੜ੍ਹਿਆ, ਵਿੱਚੋਂ ਆਹੀ ਭੰਬਲ ਭੂਸਾ ਨਿਕਲਦਾ ਸੀ। ਇਹ ਸੀ ਸਟੈਪ ਅੰਗਰੇਜ਼ ਗੌਰਮੈਂਟ ਦਾ ਗੁਰੂ ਗ੍ਰੰਥ ਸਾਹਿਬ ਨਾਲੋਂ ਸਿੱਖ ਦੇ ਵਿਸ਼ਵਾਸ ਨੂੰ ਤੋੜਨ ਦਾ। ਅੱਜ ਵੀ ਜਿਹੜਾ ਸਿੱਖ ਦੁਸ਼ਮਣ ਸਿੱਖੀ ਦੇ ਭੇਸ 'ਚ ਹੁੰਦਾ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਭਾਂਤ ਭਾਂਤ ਦੀਆਂ ਭ੍ਰਾਂਤੀਆਂ ਫੈਲਾ ਰਿਹਾ ਹੈ, ਵਿਸ਼ਵਾਸ ਬਾਰੇ ਭਾਂਤ ਭਾਂਤ ਦੀਆਂ ਗੱਲਾਂ ਕਰ ਰਿਹਾ ਹੈ, ਉਹਨਾਂ ਦੇ ਪਿੱਛੇ ਕੋਈ ਹੋਰ ਨੋਡਲ ਏਜੰਸੀ ਬੈਠੀ ਹੈ। ਇਹ ਬੰਦੇ ਨਹੀਂ ਕਰ ਸਕਦੇ ਕੁਛ, ਇਹਨਾਂ ਦੇ ਪਿੱਛੇ ਹੋਰ ਬੈਠੇ ਨੇ। ਜਿਹੜੀ ਕਿਤਾਬ ਦਾ, ਮੈਂ ਕਿਤਾਬ ਦਾ ਨਾਂ ਨਹੀਂ ਲੈਣਾ ਚਾਹੁੰਦਾ, ਉਹਦਾ ਜਿਹਦਾ ਤੁਸੀਂ ਜ਼ਿਕਰ ਕੀਤਾ ਸੀ, ਨਾ ਹੀ ਮੈਂ ਉਸ ਬੰਦੇ ਦਾ ਨਾਂ ਲੈਣਾ ਚਾਹੁੰਦਾ। ਉਹ ਦੁਸ਼ਟ ਹੈ, ਨਿੰਦਕ ਹੈ, ਗੁਰੂ ਗ੍ਰੰਥ ਸਾਹਿਬ ਦੀ ਨਿੰਦਕ ਨੂੰ ਬਹੁਤ ਨਿੰਦਿਆ ਕਰੋ, ਉਹਨੂੰ ਗੁਰਬਾਣੀ ਪੜ੍ਹ ਕੇ ਨਿੰਦਿਆ ਕਰੋ, ਉਹਦਾ ਨਾਂ ਨਾ ਲਿਆ ਕਰੋ। ਗੁਰਬਾਣੀ 'ਚ ਨਿੰਦਕ ਦੀ ਬਹੁਤ ਵੱਡੀ ਨਿੰਦਿਆ ਕੀਤੀ ਹੈ ਗੁਰੂ ਸਾਹਿਬਾਨ ਭਗਤ ਕਬੀਰ ਜੀ। ਕਿੱਥੇ ਮੈਂ ਕਿਹੜੀ ਗੱਲ 'ਤੇ ਬੋਲ ਰਿਹਾ ਸੀ? ਓਕੇ। ਮਤਲਬ ਜਦੋਂ ਦੁਸ਼ਮਣ ਨਿੰਦਿਆ ਕਰਦਾ ਹੈ, ਉਹਨੇ ਨਿੰਦਿਆ ਹੀ ਕਰਨੀ ਹੈ, ਉਹਦੇ ਕੋਲ ਚੰਗੀ ਗੱਲ ਦੀ ਆਸ ਨਾ ਰੱਖੋ। ਜਿੰਨੀ ਉਹ ਨਿੰਦਿਆ ਕਰ ਸਕਦਾ ਸੀ ਆਪਣੀ ਕਿਤਾਬ ਦੇ ਵਿੱਚ ਕੀਤੀ। ਪਿੱਛੋਂ ਤੁਸੀਂ ਕਮਾਲ ਦੀ ਗੱਲ ਦੇਖੋਗੇ ਕਿ ਅਗਲੇ ਸਾਲ ਜਾਂ 2 ਸਾਲਾਂ ਬਾਅਦ ਉਸੇ ਕਿਤਾਬ ਨੂੰ ਇਨਾਮ ਮਿਲ ਗਿਆ। ਪਤਾ ਨਾ, ਉਸੇ ਕਿਤਾਬ ਨੂੰ ਇਨਾਮ ਮਿਲ ਗਿਆ ਸੀ। ਉਹ ਕਿਹੜੇ ਬੇੜੇ ਬੈਠੇ ਹੋਏ ਨੇ, ਕੋਈ ਢਾਹਾਂ ਕਲੇਰਾਂ ਨੇ ਉਹਨੂੰ ਪਤਾ ਨਹੀਂ 5 ਲੱਖ ਡਾਲਰ ਦਿੱਤਾ, ਪਤਾ ਨਹੀਂ ਕੀ ਲੱਖ ਦਿੱਤਾ। ਦੇਖੋ, ਇੱਕ ਸਧਾਰਨ ਬੰਦਾ ਕਿਤਾਬ ਲਿਖ ਰਿਹਾ ਹੈ, ਅਤੇ ਉਹਨੂੰ ਉਸੇ ਜਿਹੜੀ ਨਿੰਦਿਆ ਨਾਲ ਭਰੀ ਪਈ ਹੈ, ਔਰ ਉਸੇ ਨੂੰ ਇਨਾਮ 5 ਲੱਖ ਡਾਲਰ। ਇਹਦਾ ਮਤਲਬ ਉਹ ਬੰਦਾ ਇਕੱਲਾ ਨਹੀਂ, ਉਹ ਕੁਛ ਨਹੀਂ ਕਰ ਰਿਹਾ, ਉਹਦੇ ਵਿੱਚ ਇੱਕ ਬਹੁਤ ਤਕੜੀ ਏਜੰਸੀ ਬੈਠੀ ਹੈ, ਜਿਹਦੇ ਕੋਲ ਢੇਰਾਂ ਦੇ ਢੇਰ ਡਾਲਰਾਂ ਦੇ ਲੱਗੇ ਪਏ ਨੇ। ਤੁਸੀਂ ਵੀ ਜਾਓਗੇ, ਮੈਂ ਵੀ ਜਾਵਾਂਗਾ, ਮੈਨੂੰ ਵੀ ਸਭ ਕੁਝ ਦੇ ਦੇਣਗੇ। ਜੇ ਮੈਂ ਕਹਾਂਗਾ ਯਾਰ ਮੇਰਾ ਨਾਂ ਕੰਸਿਡਰ ਕਰ ਲਓ, ਲਿਆ ਮੈਂ ਵੀ ਲਿਖ ਦਿੰਦਾ। ਬਹੁਤ ਫਿਰਦੇ ਨੇ ਭੱਜੇ। ਯੂਨੀਵਰਸਿਟੀਆਂ 'ਚ ਇਹੋ ਜਿਹੇ ਹੀ ਪ੍ਰੋਫੈਸਰਾਂ ਦੀ ਭਰਮਾਰ ਹੈ। ਇੱਥੇ ਕਿਹਨੇ ਗੱਲ ਕੀਤੀ ਸੀ ਇਹ ਪਹਿਲਾਂ? ਇਹੋ ਜਿਹੇ ਲੋਕਾਂ ਦੀ ਹੀ ਭਰਮਾਰ। ਪ੍ਰੋਫੈਸਰ ਸਭ ਤੋਂ ਪੜ੍ਹਿਆ ਲਿਖਿਆ ਬੰਦਾ ਹੁੰਦਾ, ਸਭ ਤੋਂ ਵੱਧ ਪ੍ਰੋਫੈਸਰ, ਸਭ ਤੋਂ ਵੱਧ ਹੀ ਉਹਦੀ ਤਨਖਾਹ ਹੁੰਦੀ ਹੈ। ਐਜੂਕੇਸ਼ਨਲ ਮਹਿਕਮੇ ਦੇ ਵਿੱਚ ਸਭ ਤੋਂ ਵੱਧ ਤਨਖਾਹ ਹੁੰਦੀ ਹੈ ਪ੍ਰੋਫੈਸਰ। ਇਹ ਲੋਕ ਫਿਰ ਵੀ ਮੁਫਤ ਦੇ ਪੈਸੇ ਲੈਣਾ ਚਾਹੁੰਦੇ ਹੁੰਦੇ ਨੇ, ਇਨਾਮ ਸ਼ਨਾਮ ਲੈਣਾ ਚਾਹੁੰਦੇ, ਔਰ ਇਨਾਮ ਸ਼ਨਾਮ ਦੇਣ ਵਾਲੇ ਬਥੇਰੇ ਬੈਠੇ ਹੁੰਦੇ ਨੇ। ਉਹਨਾਂ ਨੂੰ ਪਤਾ ਲੱਗ ਜਾਏ ਕਿ ਆਹ ਬੰਦਾ ਕੁੱਤੇ ਝਾਕ 'ਚ ਬੈਠਾ, ਹਾਂ ਉਹ ਏਜੰਸੀਆਂ ਤੁਹਾਡੇ ਕੋਲ ਉਹਦੀ ਆ ਜਾਣ, ਆਪਣੀ ਕੁੱਤੇ ਝਾਕ ਦਿਖਾ ਦਿਓ ਉਹਨੂੰ। ਉਹ ਤਾਣ ਲੈਂਦੀਆਂ ਨੇ ਕਿ ਆਹ ਬੰਦਾ ਸਾਡੀ ਝਾਕ 'ਚ ਬੈਠਾ ਅਤੇ ਇਹਨੂੰ ਪਕੜ। ਯੂਨੀਵਰਸਿਟੀਆਂ 'ਚ ਇਹੀ। ਸੋ ਇਸ ਕਰਕੇ ਦੁਸ਼ਮਣ ਨੇ ਸਾਡੇ ਵਿਸ਼ਵਾਸ ਨੂੰ ਤੋੜਨਾ ਹੀ ਤੋੜਨਾ ਹੈ, ਕਿਉਂਕਿ ਸਾਡੇ ਵਿਸ਼ਵਾਸ ਨੂੰ ਤੋੜੇ ਬਗੈਰ ਉਹ ਸਾਨੂੰ ਗੁਲਾਮ ਨਹੀਂ ਬਣਾ ਸਕੇਗਾ।
47 ਤੋਂ ਪਿੱਛੋਂ ਜਿੰਨੀ ਕਮਿਊਨਿਸਟ ਲਹਿਰ ਸੀ ਇੱਥੇ ਪੰਜਾਬ ਦੇ ਵਿੱਚ, ਵੈਸੇ ਤਾਂ ਸਾਰੇ ਹਿੰਦੁਸਤਾਨ 'ਚ ਹੀ ਲੱਕ ਟੁੱਟ ਗਿਆ ਉਹਦਾ, ਪੰਜਾਬ ਦੇ ਉਹ ਸਾਰੀ ਖਤਮ ਹੋ ਗਈ। ਕਿਉਂ? ਕਿਉਂਕਿ ਉਹ ਇਸ ਧਰਤੀ ਦੀਆਂ ਜੜ੍ਹਾਂ ਨਾਲ ਜੁੜ ਹੀ ਨਹੀਂ ਸਕੀ। ਇਸ ਧਰਤੀ ਦੀਆਂ ਜੜ੍ਹਾਂ ਦੇ ਵਿੱਚ ਇਸ ਧਰਤੀ ਦੇ ਲੋਕਾਂ ਨੇ ਆਪਣੇ ਹਾਕਮਾਂ ਨਾਲ ਪਾਂਡੀ ਪਾਤਸ਼ਾਹ ਵਰਗੇ ਵਿਸ਼ੇਸ਼ਣ ਜੋੜੇ ਨੇ। ਪਾਂਡੀ ਪਾਤਸ਼ਾਹ ਵਰਗੇ ਇਹ ਨੇ ਤੁਹਾਡੇ ਹਾਕਮਾਂ ਦੀਆਂ ਆਪਣੀ ਧਰਤੀ ਦੇ ਵਿੱਚ ਜੜ੍ਹਾਂ। ਜਦੋਂ ਕਿਸੇ ਹਾਕਮ ਦੀ ਗੱਲ ਆਮ ਲੋਕਾਈ ਦੇ ਵਿੱਚ, ਆਮ ਸਮਾਜ ਦੇ ਵਿੱਚ ਹੋਣ ਲੱਗ ਜੇ, ਇਹਦਾ ਮਤਲਬ ਉਹ ਤੁਹਾਡੇ ਜਜ਼ਬਾਤਾਂ 'ਚ ਬੈਠ ਚੁੱਕੇ ਆ। ਰਣਜੀਤ ਸਿੰਘ ਦੀ ਗੱਲ ਇਤਨੀ ਸਮਾ ਚੁੱਕੀ ਹੈ ਪੰਜਾਬੀ ਸਮਾਜ ਦੇ ਵਿੱਚ, ਉਹਦੀਆਂ ਜੜ੍ਹਾਂ ਮਿੱਟੀ 'ਚ ਲੱਗ ਚੁੱਕੀਆਂ ਨੇ। ਕਿਵੇਂ ਲੱਗ ਚੁੱਕੀਆਂ ਨੇ? ਲੋਕ ਉਹਨੂੰ ਪਾਂਡੀ ਪਾਤਸ਼ਾਹ ਕਹਿ ਕੇ ਯਾਦ ਕਰਦੇ ਨੇ। ਪਾਂਡੀ ਪਾਤਸ਼ਾਹ, ਲੋਕ ਉਹਨੂੰ ਇਹ ਕਹਿ ਕੇ ਯਾਦ ਕਰਦੇ ਨੇ ਕਿ ਇਹ ਤਾਂ ਪਾਰਸ ਹੈ। ਪਾਰਸ ਨਾਲ ਕੋਈ ਚੀਜ਼ ਛੋਹ ਜਾਂਦੀ ਹੈ, ਉਹ ਸੋਨਾ ਬਣ ਜਾਂਦੀ ਹੈ। ਇਹਨੂੰ ਤੁਸੀਂ ਕਿਵੇਂ ਵੀ ਮੰਨ ਲਓ, ਲਿਟਰਲੀ ਮੀਨਿੰਗ ਸਮਝ ਲਓ, ਕੋਈ ਆਪਦੀ ਅਗਿਆਨਤਾ ਸਮਝ ਲਓ, ਲੇਕਿਨ ਲੋਕਾਂ ਦੇ ਵਿੱਚ ਇਹ ਗੱਲਾਂ ਫੈਲੀਆਂ ਹੋਈਆਂ। ਇੱਕ ਮਾਈ ਨੇ ਸੋਚਿਆ, ਮਹਾਰਾਜਾ ਰਣਜੀਤ ਸਿੰਘ ਕਿਤੇ ਜਾ ਰਹੇ ਸੀ, ਉਹ ਅੱਜ ਕੱਲ੍ਹ ਦੇ ਰਾਸ਼ਟਰਪਤੀਆਂ ਵਾਂਗ ਜਾਂ ਅੱਜ ਕੱਲ੍ਹ ਦੇ ਪੀਐਮਾਂ ਵਾਂਗ ਨਹੀਂ ਸੀ ਤੁਰਦੇ, ਜਿਹੜਾ ਮਰਜ਼ੀ ਕੋਈ ਸਾਹਮਣੇ ਆ ਜਾਏ, ਜਿਹੜਾ ਮਰਜ਼ੀ ਗੱਲਾਂ ਬਾਤਾਂ ਕਰ ਲੈ। ਉਦੋਂ ਗੱਲਬਾਤ ਇਹੀ ਜੀ ਸੀ ਮਹਾਰਾਜਾ ਦੀ। ਇੱਕ ਬੁੜੀ ਆਈ, ਤਵਾ ਲੈ ਕੇ ਆ ਗਈ। ਪੁੱਤਰ ਰਣਜੀਤ ਸਿੰਘ, ਮੈਂ ਸੁਣਿਆ ਤੂੰ ਪਾਰਸ ਹੈ, ਤੂੰ ਮੈਨੂੰ ਮੇਰਾ ਤਵਾ ਤੇਰੇ ਚਰਨਾਂ ਨਾਲ ਸੁਹਾ ਲੈਣ, ਇਹ ਸੋਨਾ ਬਣ ਜੂਗਾ, ਮੈਨੂੰ ਸੋਨਾ ਬਣਾ ਲੈਣ ਦੇ। ਓਕੇ, ਕਸਾਲਾ ਮਾਈ। ਪਤਾ ਰਣਜੀਤ ਸਿੰਘ ਨੂੰ ਕਿ ਮਾਈ ਦਾ ਵਿਸ਼ਵਾਸ ਹੈ, ਕਸਾ ਲੈਣ ਦਿਓ, ਜਿਵੇਂ ਹਟਾਤਾ ਇਹਦਾ ਵਿਸ਼ਵਾਸ ਟੁੱਟ ਜੂਗਾ। ਓਕੇ, ਭਾਵੇਂ ਕੁਛ ਵੀ ਹੋ ਗਿਆ। ਤੇ ਉਹਨਾਂ ਨੇ ਆਪਣੇ ਸੇਵਾਦਾਰਾਂ ਨੂੰ, ਆਪਣੇ ਪਹਿਰੇਦਾਰਾਂ ਨੂੰ ਕਿਹਾ, ਮਾਈ ਨੂੰ ਨਿਹਾਲ ਕਰ ਦਿਓ ਸੋਨੇ ਦਾ, ਇਹਨੂੰ ਇਹੀ ਨਾ ਤਵਾ ਮੋੜ ਕੇ ਦਿਓ, ਇਹਨੂੰ ਸੋਨੇ ਦਾ ਤਵਾ ਬਣਾ ਕੇ ਇਹਦਾ ਵਿਸ਼ਵਾਸ ਪੱਕਾ ਹੋ। ਇਹ ਗੱਲਾਂ ਭਾਵੇਂ ਸੱਚੀਆਂ ਨੇ, ਭਾਵੇਂ ਨਹੀਂ ਸੱਚੀਆਂ ਹੈਗੀਆਂ, ਇਹਨਾਂ ਨਾਲ ਰਣਜੀਤ ਸਿੰਘ ਬਾਰੇ ਇਹ ਅਹਿਸਾਸ ਦਾ ਪਤਾ ਲੱਗਦਾ ਹੈ ਕਿ ਉਹ ਆਪਣੇ ਲੋਕਾਂ ਦੀ ਜਜ਼ਬਾਤਾਂ ਵਿੱਚ ਬੈਠ ਚੁੱਕੇ ਸੀ। ਬੇਰੀ ਤੋਂ ਪੱਤੇ ਝਾੜਨ ਵਾਲੀ ਗੱਲ ਬੱਚਿਆਂ ਨੂੰ ਵੀ ਦੱਸਿਆ ਗਿਆ ਸੀ। ਹੋ ਸਕਦਾ ਕੋਈ ਸ਼ਰਾਰਤੀ ਬੰਦਾ ਦੱਸਦਾ ਹੋਵੇ ਖੜਾ, ਤੁਸੀਂ ਬੱਚਿਓ ਐਂ ਕਹੇ ਆ ਬੇਰੀ ਦੇ ਡਲੇ ਮਾਰੀ ਜਾਓ, ਮਤਲਬ ਹੋ ਸਕਦਾ ਜੇ ਕੋਈ ਡਲਾ ਰਣਜੀਤ ਸਿੰਘ ਦੇ ਵੱਜਿਆ ਤੁਹਾਨੂੰ ਕੁਛ ਦੇ ਦੇਵੇ ਜਾਂ ਨਹੀਂ ਦੇਵੇ ਤਾਂ ਕੋਈ ਦੇਖੀ ਜਾਊਗੀ, ਆ ਭੱਜ ਜੂਗਾ ਫਿਰ ਜਿਹੜਾ ਸਿੱਖਿਆ ਦੇਣ ਵਾਲਾ। ਬੱਚਿਆਂ ਨੇ ਬੇਰੀ ਦੇ ਬੱਟੇ ਮਾਰੇ, ਇੱਕ ਬੱਟਾ ਰਣਜੀਤ ਸਿੰਘ ਦੇ ਜਾ ਕੇ ਵੱਜ ਗਿਆ। ਰਣਜੀਤ ਸਿੰਘ ਨੇ ਕਿਹਾ, ਬੱਚਿਓ ਤੁਹਾਨੂੰ ਪਤਾ ਨਹੀਂ ਕਿ ਤੁਹਾਡਾ ਮਹਾਰਾਜਾ ਜਾ ਰਿਹਾ ਹੈ ਜੀ, ਅਸੀਂ ਤਾਂ ਬੇਰੀ ਤੋਂ ਬੇਰ ਝਾੜਨ ਲਈ ਡਲੇ ਮਾਰ ਰਹੇ ਸੀ। ਕੋਲੇ ਸਿਆਣੇ ਵਜ਼ੀਰ ਬੈਠੇ ਹੋਣਗੇ, ਫਕੀਰ ਅਜ਼ੀਜ਼ੁਦੀਨ ਵਰਗੇ, ਜੀ ਮਹਾਰਾਜਾ ਸਾਹਿਬ ਜੇ ਬੇਜ਼ੁਬਾਨ ਬੇਰੀ ਉਹਨਾਂ ਨੂੰ ਬੇਰ ਦੇ ਸਕਦੀ ਹੈ ਬੱਟਾ ਮਾਰੇ ਤੋਂ, ਮਤਲਬ ਡਲੇ ਮਾਰੇ ਤੋਂ, ਤੁਸੀਂ ਤਾਂ ਫਿਰ ਵੀ ਜ਼ੁਬਾਨ ਵਾਲੇ ਹੋ, ਤੁਸੀਂ ਤਾਂ ਫਿਰ ਵੀ ਮਹਾਰਾਜ ਤੁਹਾਡੇ ਬੱਟਾ ਵਜਾ ਕੁਛ ਦਿਓ। ਮਤਲਬ ਇਹ ਗੱਲਾਂ ਦਰਸਾਉਂਦੀਆਂ ਨੇ ਰਣਜੀਤ ਸਿੰਘ ਆਪਣੇ ਲੋਕਾਂ ਨਾਲ ਕਿਵੇਂ ਜੁੜਿਆ ਹੋਇਆ ਸੀ ਹੇਠਲੀ ਪੱਧਰ ਤੱਕ। ਹਾਕਮ ਐਂ ਨਹੀਂ ਜੁੜਦੇ, ਕੋਈ ਬਾਦਸ਼ਾਹ, ਮੁਗਲ ਬਾਦਸ਼ਾਹ ਜੁੜਿਆ ਉਹਦੇ ਲੋਕਾਂ ਦੇ ਜਜ਼ਬਾਤਾਂ ਨਾਲ? ਕੋਈ ਮੁਗਲ ਬਾਦਸ਼ਾਹ ਜੁੜਿਆ ਕਿਸੇ ਬਾਰੇ? ਇਹ ਕਹਾਣੀ ਸੁਣੀ ਤੁਸੀਂ ਕਦੇ ਕਿਸੇ ਮੁਗਲ ਬਾਦਸ਼ਾਹ ਬਾਰੇ? ਰਣਜੀਤ ਸਿੰਘ ਉਹ ਨਾਇਕ ਹੈ ਪੰਜਾਬ ਦੇ ਇਤਿਹਾਸ ਦਾ। ਸਿਰਫ ਸਿੱਖ ਇਤਿਹਾਸ ਤੱਕ ਹੀ ਉਹਨੂੰ ਸੀਮਤ ਨਾ ਕਰੋ, ਪੰਜਾਬ ਦੇ ਇਤਿਹਾਸ ਦਾ, ਜਿਹਨੇ ਪਹਿਲੀ ਵਾਰ ਪੰਜਾਬ ਦੀ ਧਰਤੀ 'ਤੇ ਪੰਜਾਬ ਦੇਸ਼ ਨੂੰ ਅੰਤਰਰਾਸ਼ਟਰੀ ਤੌਰ 'ਤੇ ਐਸਟੈਬਲਿਸ਼ ਕੀਤਾ ਸੀ, ਖੜਾ ਕੀਤਾ ਸੀ। ਉਹ ਹਾਕਮ ਪਹਿਲਾਂ ਕਿਤੇ ਬਹੁਤ ਪਹਿਲਾਂ ਸਾਨੂੰ ਸਿਰਫ ਇੱਕ ਪੋਰਸ ਦੀ ਐਗਜ਼ੈਂਪਲ ਮਿਲਦੀ ਹੈ, ਪੋਰਸ ਦੀ, ਕਿ ਪੋਰਸ ਪੰਜਾਬ ਦਾ ਬਾਦਸ਼ਾਹ ਸੀ। ਦੂਜੀ ਐਗਜ਼ੈਂਪਲ ਕੋਈ ਨਹੀਂ, ਉਹ ਵੀ ਈਸਵੀ ਸਨ ਤੋਂ ਪਹਿਲਾਂ, ਪੂਰਬੀ ਈਸਵੀ ਦੇ ਵਿੱਚ ਹੈ। 327 330 ਪੂਰਬੀ ਈਸਵੀ ਦਾ ਉਹ ਹਾਕਮ ਸੀ ਪੋਰਸ, ਹਜ਼ਾਰਾਂ ਸਾਲਾਂ ਦਾ। ਇੱਕ ਰਣਜੀਤ ਸਿੰਘ ਦਾ ਨਾਂ ਆਇਆ ਜਿਹਨੇ ਪੰਜਾਬ ਨੂੰ ਅੰਤਰਰਾਸ਼ਟਰੀ ਤੌਰ 'ਤੇ ਇੱਕ ਸੋਵਰਨ ਦੇਸ਼ ਦੇ ਰੂਪ ਦੇ ਵਿੱਚ ਖੜਾ ਕੀਤਾ ਸੀ। ਤੁਸੀਂ 1835 40 45
1835 40 45 ਦੇ ਨਕਸ਼ੇ ਏਸ਼ੀਆ ਦੇ, ਦੱਖਣੀ ਏਸ਼ੀਆ ਦੇ ਨਕਸ਼ੇ ਕਢਾ ਕੇ ਦੇਖ ਲਓ। ਜੇ ਕਿਸੇ ਨੇ ਕੋਈ ਰਿਸਰਚ ਕਰਨੀ ਹੈ, ਜੇ ਕੋਈ ਖੋਜਕਾਰ ਹੈ ਇੰਨਾ ਇੰਟਰਸਟ ਲੈ ਕੇ ਚੱਲਣ ਵਾਲਾ, ਤੁਹਾਨੂੰ ਦੱਖਣੀ ਏਸ਼ੀਆ ਦੇ ਵਿੱਚ ਏਸ਼ੀਆ ਦੇ ਮੈਪ 'ਤੇ ਪੰਜਾਬ ਇੱਕ ਕੰਟਰੀ ਦੇ ਤੌਰ 'ਤੇ ਤੁਹਾਨੂੰ ਦਿਸੇਗਾ। ਪੰਜਾਬ ਇੱਕ ਸੋਵਰਨ ਕੰਟਰੀ ਦੇ ਤੌਰ 'ਤੇ। ਕਿਆ ਬਾਤ ਹੈ। ਅਨਪੜ੍ਹ ਬੰਦਾ ਉਹ ਜਿਹੜਾ ਬਿਲਕੁਲ ਜ਼ੀਰੋ ਗਰਾਊਂਡ ਤੋਂ ਚੱਲਿਆ, 24-25 ਪਿੰਡਾਂ ਦੀ ਸਰਦਾਰੀ ਤੋਂ ਉਹਨੇ ਆਪਣੀ ਸ਼ੁਰੂਆਤ ਕੀਤੀ ਹੈ, ਉਹ ਪੰਜਾਬ ਦਾ ਸੋਵਰਨ ਬਣ ਗਿਆ। ਸੋਵਰਨ ਉਹਨੇ ਪੰਜਾਬ ਨੂੰ ਦੁਨੀਆ ਦੇ ਨਕਸ਼ੇ 'ਤੇ ਲੈ ਜਾਂਦਾ। ਸਾਡਾ ਪੰਜਾਬ ਅੱਜ ਸਾਨੂੰ ਇੰਡੀਆ ਦੇ ਨਕਸ਼ੇ ਵਿੱਚ ਵੀ ਬੜੀ ਮੁਸ਼ਕਿਲ ਨਾਲ ਦਿੰਦਾ ਹੈ, ਏਸ਼ੀਆ ਦੇ ਨਕਸ਼ੇ ਵਿੱਚ ਤਾਂ ਉਹ ਦਿੰਦਾ ਹੀ ਨਹੀਂ ਕਿਤੇ। ਰਣਜੀਤ ਸਿੰਘ ਆਪਣੇ ਲੋਕਾਂ ਦਾ ਨਾਇਕ ਸੀ, ਆਪਣੀ ਧਰਤੀ ਦਾ ਨਾਇਕ ਸੀ, ਗੁਰੂਆਂ ਦੀਆਂ ਬੁਲੰਦੀਆਂ ਨੂੰ ਸਿਖਰਾਂ 'ਤੇ ਪਹੁੰਚਾਉਣ ਵਾਲਾ ਸੋਵਰਨ ਸੀ। ਕੇਸਰੀ ਨਿਸ਼ਾਨ ਸਾਹਿਬ ਜਦੋਂ 1838 ਦੀ ਤ੍ਰੈਪੱਖੀ ਸੰਧੀ ਹੋਈ ਹੈ, ਸਿਖਰ ਸੀ ਇਹ ਰਣਜੀਤ ਸਿੰਘ ਦਾ। 1838 ਦੀ ਤ੍ਰੈਪੱਖੀ ਸੰਧੀ ਪੜ੍ਹੀ ਹੈ ਨਾ, ਤਿੰਨ ਧਿਰੀ ਸੰਧੀ। ਤਿੰਨ ਧਿਰਾਂ ਕਿਹੜੀਆਂ ਸਨ? ਈਸਟ ਇੰਡੀਆ ਕੰਪਨੀ, ਮਹਾਰਾਜਾ ਰਣਜੀਤ ਸਿੰਘ ਤੇ ਕਾਬਲ ਦਾ ਲੱਥਿਆ ਹੋਇਆ ਬਾਦਸ਼ਾਹ ਸ਼ਾਹ ਸ਼ਾਹ। ਸ਼ਾਹ ਸ਼ਾਹ ਨੂੰ ਦੋਹਾਂ ਨੇ ਜਾ ਕੇ ਰਲ ਕੇ ਕਾਬਲ ਦੇ ਤਖਤ 'ਤੇ ਬਿਠਾਉਣਾ ਸੀ। ਰਣਜੀਤ ਸਿੰਘ ਨੇ ਜੋ ਸ਼ਰਤਾਂ ਲਿਖ ਕੇ ਦਿੱਤੀਆਂ ਕਿ ਇਹਨੂੰ ਤਾਂ ਬਿਠਾਇਆ ਜਾਵੇਗਾ ਜੇ ਮੇਰੇ ਜਿੱਤੇ ਹੋਏ ਹੁਣ ਤੱਕ ਦੇ ਸਾਰੇ ਇਲਾਕਿਆਂ ਨੂੰ ਇਹ ਮਾਨਤਾ ਦੇਵੇਗਾ ਕਿ ਇਹ ਰਣਜੀਤ ਸਿੰਘ ਦੇ ਇਲਾਕੇ ਨੇ, ਕਿਉਂਕਿ ਪਹਿਲਾਂ ਕਾਬਲ ਦੇ ਇਲਾਕੇ ਸਨ। ਉਹ ਲਿਖਿਆ ਗਿਆ ਪਹਿਲੀ ਮੱਦ ਦੇ ਵਿੱਚ। 18 ਮੱਦਾਂ ਨੇ ਇਹਦੀਆਂ, ਇਹ ਸੰਧੀ ਦੀਆਂ 18 ਮੱਦਾਂ। ਪਹਿਲੀ ਮੱਦ ਦੇ ਵਿੱਚ ਇਹ ਲਿਖੇ ਗਏ ਹੁਣ ਤੱਕ ਜਿੰਨੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਅੱਜ ਤੱਕ ਜਿਹੜੀ ਡੇਟ ਪਾਈ ਆ ਉਹਦੀ 38 ਦੀ, ਮਹਾਰਾਜਾ ਰਣਜੀਤ ਸਿੰਘ ਜਿੱਤ ਚੁੱਕੇ ਆ, ਆਪਣੇ ਰਾਜ ਦੇ ਵਿੱਚ ਮਿਲਾ ਚੁੱਕੇ ਆ। ਸ਼ਾਹ ਸ਼ਾਹ ਉਹਨਾਂ ਸਾਰੇ ਇਲਾਕਿਆਂ ਤੋਂ ਆਪਣਾ ਨਾਤਾ ਤੋੜਦਾ ਹੈ ਅਤੇ ਉਹਨੂੰ ਮਾਨਤਾ ਦਿੰਦਾ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ। ਇਹ ਪਹਿਲੀ ਮੱਦ ਹੈ। ਮਤਲਬ ਹੋਰ ਬਹੁਤ ਕੁਝ ਲਿਖਿਆ ਹੋਇਆ। ਇੱਕ ਮੱਦ ਹੋਰ ਹੈ ਜਿਹੜੀ ਸੁਣਨਯੋਗ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਪਿਸ਼ਾਵਰ 'ਚ ਆਏਗਾ, ਕਿਉਂਕਿ ਪਿਸ਼ਾਵਰ ਨੇੜੇ ਸੀ ਕਾਬਲ ਦੇ, ਲਾਸਟ ਸ਼ਹਿਰ ਸੀ ਪੰਜਾਬ ਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਕਦੇ ਆਪਣੇ ਮੁਲਕ ਦਾ ਦੌਰਾ ਕਰਦਾ ਹੋਇਆ ਪਿਸ਼ਾਵਰ ਆਏਗਾ, ਸ਼ਾਹ ਸ਼ਾਹ ਦੀ ਡਿਊਟੀ ਹੋਏਗੀ ਕਿ ਆਪਣੇ ਵੱਡੇ ਪੁੱਤਰ ਨੂੰ ਉਹਨਾਂ ਦੀ ਹਜ਼ੂਰੀ 'ਚ ਭੇਜੇਗਾ। ਉਹਨਾਂ ਦੀ ਹਜ਼ੂਰੀ 'ਚ, ਜੀ ਮੈਂ ਸ਼ਾਹ ਸ਼ਾਹ ਦਾ ਪੁੱਤਰ ਹਾਂ, ਤੁਹਾਡੀ ਹਜ਼ੂਰੀ 'ਚ ਆਇਆ, ਕੀ ਹੁਕਮ ਹੈ। ਇਹ ਉਸ 1838 ਦੀ ਤ੍ਰੈਪੱਖੀ ਸੰਧੀ ਦੇ ਵਿੱਚ ਸ਼ਾਮਲ ਨੇ। ਮੇਰਾ ਕਹਿਣ ਦਾ ਮਤਲਬ ਇਹ ਹੈ, ਜਦੋਂ ਤੁਹਾਡੇ ਕੋਲ ਤਾਕਤ ਹੁੰਦੀ ਹੈ, ਤਾਕਤ ਸੋਵਰਨ ਹੁੰਦੇ ਹੋ ਜੋ ਤੁਸੀਂ, ਤੁਹਾਡੇ ਪਿੱਛੇ ਫੌਜਾਂ ਖੜੀਆਂ ਹੁੰਦੀਆਂ ਨੇ, ਉਦੋਂ ਫਿਰ ਤੁਸੀਂ ਆਪਣੀ ਤਾਕਤ ਨਾਲ ਜਿਹੀ ਜੀ ਮਰਜ਼ੀ ਹਿਸਟਰੀ ਕ੍ਰੀਏਟ ਕਰ ਦਿਓ, ਉਹੀ ਜਿਹੀ ਹਿਸਟਰੀ ਕ੍ਰੀਏਟ ਕਰ ਸਕਦੇ ਹੋ ਤੁਸੀਂ। ਕਿਸੇ ਹਿਸਟੋਰੀਅਨ ਨੇ ਨਾ ਤਾਂ 1809 ਦੀ ਸੰਧੀ ਨੂੰ ਸਰਾਹਿਆ, ਤੁਸੀਂ ਵੀ ਪੜ੍ਹਦੇ ਹੋਵੋਗੇ ਜੀ 1809 ਦੀ ਜਿਹੜੀ ਅੰਮ੍ਰਿਤਸਰ ਦੀ ਸੰਧੀ ਸੀ, ਰਣਜੀਤ ਸਿੰਘ ਕੋਲੋਂ ਮਾਲਵਾ ਖੋਲਿਆ, ਰਣਜੀਤ ਸਿੰਘ ਨੂੰ ਕੰਪੈਲ ਹੋ ਕੇ ਸਾਈਨ ਕਰਨੇ ਪਏ। ਕਦੇ ਸੋਚਿਆ 1809 ਦੀ ਸੰਧੀ ਰਾਹੀਂ ਇੱਕ ਹੱਦ ਮਿਥ ਦਿੱਤੀ ਗਈ ਸੀ ਸਤਲੁਜ ਦੇ। ਕੀ ਲਿਖਿਆ ਹੋਇਆ ਸੀ? ਇਹਦੇ ਸਿਰਫ 3 ਮੱਦਾਂ ਨੇ। ਪਹਿਲੀ ਮੱਦ ਵੀ ਜਨਰਲ ਹੈ, ਤੀਜੀ ਮੱਦ ਵੀ ਜਨਰਲ ਹੈ, ਅਸਲੀ ਮੱਦ ਦੂਜੀ ਹੈ। ਕੀ ਲਿਖਿਆ ਹੋਇਆ ਸੀ? ਸਤਲੁਜ ਤੋਂ ਦੱਖਣ ਪੂਰਬ ਵੱਲ ਸਾਰਾ ਇਲਾਕਾ ਈਸਟ ਇੰਡੀਆ ਕੰਪਨੀ ਦਾ ਹੈ। ਰਣਜੀਤ ਸਿੰਘ ਦਾ ਇਸ ਇਲਾਕੇ 'ਤੇ ਕੋਈ ਅਧਿਕਾਰ ਨਹੀਂ। ਸਮਝ ਗਏ ਨਾ? ਨਾਲ ਦੂਜੀ ਗੱਲ ਇਹ ਲਿਖੀ ਹੋਈ ਹੈ ਇਸੇ ਮੱਦ ਦੇ ਵਿੱਚ, ਸਤਲੁਜ ਤੋਂ ਉੱਤਰ ਪੱਛਮ ਵਾਲੇ ਪਾਸੇ, ਮਤਲਬ ਪਰਲੇ ਪਾਸੇ ਸਾਰਾ ਇਲਾਕਾ
ਮਹਾਰਾਜਾ ਰਣਜੀਤ ਸਿੰਘ ਦਾ ਹੈ ਸਾਰਾ ਇਲਾਕਾ। ਅੱਛਾ, ਇੰਟਰਸਟਿੰਗ ਗੱਲ ਇਹਦੇ ਵਿੱਚ ਇਹ ਹੈ, ਹੁਣ ਇਹ ਤਾਂ ਲਿਖਤਾ ਕਿ ਸਤਲੁਜ ਤੋਂ ਇੱਧਰਲਾ ਪਾਸਾ ਈਸਟ ਇੰਡੀਆ ਕੰਪਨੀ ਦਾ, ਇੱਧਰਲਾ ਪਾਸਾ ਮਹਾਰਾਜਾ ਰਣਜੀਤ ਸਿੰਘ ਦਾ ਹੈ। ਫਾਇਦਾ ਤਾਂ ਇਹ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਲੈ ਲਿਆ, ਕਿਉਂਕਿ ਅੰਗਰੇਜ਼ ਸਤਲੁਜ ਟੱਪ ਨਹੀਂ ਸੀ ਸਕਦੇ। ਰਣਜੀਤ ਸਿੰਘ ਨੇ ਮਾਲਵਾ ਛੱਡਤਾ। ਇਹਦੇ ਨਾਲ ਰਣਜੀਤ ਸਿੰਘ ਨੂੰ ਉੱਧਰਲੇ ਇਲਾਕੇ ਜਿੱਤਣ ਲਈ ਪੂਰੀ ਮਦਦ ਮਿਲ ਗਈ। ਇੱਧਰੋਂ ਭਰੋਸਾ ਮਿਲ ਗਿਆ ਕਿ ਅੰਗਰੇਜ਼ ਸਤਲੁਜ ਨੂੰ ਨਹੀਂ ਟੱਪਣਗੇ, ਉੱਧਰੋਂ ਕੋਈ ਤਕੜਾ ਬੰਦਾ ਹੈ ਹੀ ਨਹੀਂ ਸੀ। ਦੇਖੋ, ਕਸ਼ਮੀਰ ਵੀ ਜਿੱਤ ਲਿਆ, ਕਿਆ ਬਾਤ। ਮਾਲਵਾ ਛੱਡ ਕੇ, ਮਾਲਵਾ ਛੋਟਾ ਜਿਹਾ ਮਾਲਵਾ ਛੱਡ ਕੇ ਕਸ਼ਮੀਰ ਵੀ ਜਿੱਤ ਲਿਆ। ਜੰਮੂ ਪਹਿਲਾਂ ਹੀ ਜਿੱਤਿਆ ਹੋਇਆ ਸੀ, ਮੁਲਤਾਨ ਵੀ ਜਿੱਤ ਲਿਆ, ਅਟਕ ਵੀ ਜਿੱਤ ਲਿਆ, ਹਜ਼ਾਰਾ ਵੀ ਜਿੱਤ ਲਿਆ। ਜਿੱਤਣੋਂ ਹੀ ਨਹੀਂ ਹਟਿਆ ਰਣਜੀਤ ਸਿੰਘ। 1830 ਦੇ ਵਿੱਚ ਜਾ ਕੇ ਇੱਕ ਘਨਿੰਗਮ ਲਿਖਦਾ ਹੈ। ਘਨਿੰਗਮ ਦੀ ਲਿਖਤ ਨੂੰ ਧਿਆਨ ਨਾਲ ਪੜ੍ਹਿਓ ਕਿ ਅੰਗਰੇਜ਼ਾਂ ਨੇ ਸੋਚਿਆ, ਯਾਰ ਆਹ ਤਾਂ ਆਪਾਂ ਨੇ ਸੋਚੀ ਹੀ ਨਹੀਂ ਗੱਲ। ਆਪਾਂ ਨੇ ਇਹ ਕਹਿ ਕੇ ਵੀ ਸਤਲੁਜ ਤੋਂ ਉੱਤਰ ਪੱਛਮ ਵੱਲ ਸਾਰਾ ਰਣਜੀਤ ਸਿੰਘ ਦਾ ਇਲਾਕਾ ਹੈ, ਆਪਾਂ ਤਾਂ ਇਹਨੂੰ ਫਰੀ ਹੈਂਡ ਦੇਤਾ। ਰਣਜੀਤ ਸਿੰਘ ਬਿਲਕੁਲ ਫਰੀ ਹੈਂਡ ਹੋ ਗਿਆ ਉੱਧਰ, ਉਹਦਾ ਜਿੱਤ ਰਿਹਾ ਬਿਨਾਂ ਭੈ ਰੱਖੇ, ਬਿਨਾਂ ਕਿਸੇ ਦਾ ਡਰ ਰੱਖੇ। ਆਪਣਾ ਤਾਂ ਭੈ ਹੀ ਨਹੀਂ ਹੈ ਉਹਨੂੰ, ਕਿਉਂਕਿ ਉਹਨੂੰ ਪਤਾ ਹੈ ਕਿ ਅੰਗਰੇਜ਼ ਮਤਲਬ ਇਹ ਸਤਲੁਜ ਨੂੰ ਪਾਰ ਨਹੀਂ ਕਰਨਗੇ। 1809 ਦੀ ਸੰਧੀ ਕਰਨ ਵਾਲੀ ਜਿਹੜੀ ਵੱਡੀ ਧਿਰ ਹੈ ਈਸਟ ਇੰਡੀਆ ਕੰਪਨੀ, ਉਹ ਇਹ ਸੋਚ ਰਹੀ ਹੈ, ਘਨਿੰਗਮ ਕਹਿੰਦਾ ਅੰਗਰੇਜ਼ਾਂ ਦੀ ਬੇਧਿਆਨਗੀ ਵਿੱਚ ਹੀ, ਅੰਗਰੇਜ਼ਾਂ ਦੀ ਬੇਧਿਆਨਗੀ ਵਿੱਚ ਹੀ ਰਣਜੀਤ ਸਿੰਘ ਸਾਰੇ ਪੰਜਾਬ ਦਾ ਮਾਲਕ ਬਣ ਗਿਆ। ਕਮਾਲ ਦੀ ਗੱਲ। ਅੰਗਰੇਜ਼ਾਂ ਦੀ ਬੇਧਿਆਨਗੀ ਵਿੱਚ ਹੀ ਰਣਜੀਤ ਸਿੰਘ ਸਾਰੇ ਪੰਜਾਬ ਦਾ ਮਾਲਕ ਬਣ ਗਿਆ। ਉਹ ਸਿੰਧ ਨੂੰ ਵੀ ਟੱਪ ਗਿਆ, ਪਿਸ਼ਾਵਰ ਤੱਕ ਪਹੁੰਚ ਗਿਆ। ਜਿਹੜੇ ਰਾਜਨੀਤੀਵਾਨ ਲੋਕ ਹੁੰਦੇ ਨੇ, ਸਮਝ ਸੂਝ ਵਾਲੇ ਲੋਕ ਹੁੰਦੇ ਨੇ, ਸਭ ਤੋਂ ਵੱਡੀ ਗੱਲ ਆਪਣੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲੇ ਜੋ ਲੋਕ ਹੁੰਦੇ ਨੇ, ਪਰਮਾਤਮਾ ਵੀ ਉਹਨਾਂ ਦੀ ਹੀ ਮਦਦ ਕਰਦਾ। ਕਹਾਵਤ ਹੈਗੀ ਆ ਨਾ ਕਿ ਹਿੰਮਤ ਵਾਲੇ ਦੀ ਪਰਮਾਤਮਾ ਵੀ ਮਦਦ ਕਰਦਾ। ਕੀ ਹੈ, ਹਿੰਮਤ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ। ਮਤਲਬ ਪਰਮਾਤਮਾ ਵੀ ਉਹਦੀ ਮਦਦ ਕਰੂਗਾ ਜਿਹੜਾ ਖੁਦ ਹਿੰਮਤੀ ਹੋਊਗਾ ਅਤੇ ਹੌਸਲੇ ਵਾਲਾ ਹੋਊਗਾ। ਡਰਪੋਕ ਬੰਦੇ ਦੀ ਤਾਂ ਪਰਮਾਤਮਾ ਵੀ ਮਦਦ ਨਹੀਂ ਕਰੇਗਾ। ਉਹ ਭਾਈ ਅਸੀਂ ਡਰਪੋਕ ਬਣੇ ਬੈਠੇ ਹਾਂ, ਤੁਸੀਂ ਤੁਹਾਡੇ ਮਨ 'ਚ ਗੁਲਾਮੀ ਵਸ ਗਈ ਹੈ, ਤੁਸੀਂ ਥੋੜ੍ਹਾ ਜਿਹਾ ਸਿਰ ਉੱਚਾ ਕਰਕੇ ਤੋਰੋਗਾ, ਅਸੀਂ ਗੁਲਾਮ ਨਹੀਂ ਹਾਂ। ਇਹ ਮੰਨ ਕੇ ਤੋਰੋ ਕਿ ਅਸੀਂ ਗੁਲਾਮ ਨਹੀਂ ਹਾਂ, ਅਸੀਂ ਸੁਤੰਤਰ ਹਾਂ, ਅਸੀਂ ਆਪਣੇ ਗੁਰੂ ਦੇ ਸਿੱਖ, ਅਸੀਂ ਕਿਸੇ ਦਾ ਹੁਕਮ ਨਹੀਂ ਮੰਨਣਾ, ਆਪਣੇ ਗੁਰੂ ਦਾ ਹੁਕਮ ਮੰਨਣਾ। ਦੇਖੋਗਾ ਫਿਰ ਤੁਹਾਡੇ ਮਨ 'ਚ ਕੀ ਅਹਿਸਾਸ ਹੋਊਗਾ। ਅਖੀਰ 'ਤੇ ਤੁਹਾਨੂੰ ਮੈਂ ਦੋ ਗੱਲਾਂ ਦੱਸਦੀ ਜਿਹਦੇ ਵਿੱਚ ਰਣਜੀਤ ਸਿੰਘ ਦੀ ਪਰਸਨੈਲਿਟੀ ਐਂ ਨਿਖਰ ਕੇ ਸਾਹਮਣੇ ਆਉਂਦੀ ਹੈ। ਰਣਜੀਤ ਸਿੰਘ ਦੇ ਪਿੱਛੋਂ ਦੋ ਲੜਾਈਆਂ, ਰਾਜ ਭਾਗ ਗਿਆ। ਜਦੋਂ ਕੌਮ ਕਮਜ਼ੋਰ ਹੋ ਜੇ ਨਾ, ਜਦੋਂ ਕੌਮ ਤਕੜੀ ਹੁੰਦੀ ਹੈ, ਰਾਜ ਭਾਗ ਆਉਂਦੇ ਹੁੰਦੇ ਨੇ। ਜਦੋਂ ਕੌਮ ਕਮਜ਼ੋਰ ਹੋ ਜਾਂਦੀ ਹੈ, ਰਾਜ ਭਾਗ ਖੁੱਸ ਜਾਂਦੇ, ਖੁੱਸਣ ਦੀ ਨੌਬਤ ਆ। ਇਹ ਵੀ ਪਰਮਾਤਮਾ ਦੀ ਮਦਦ ਸੀ। ਇੱਥੇ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ, ਜਿਵੇਂ ਮੈਂ ਤੁਹਾਨੂੰ ਇਹ ਕਿਹਾ ਨਾ, ਵਿਸ਼ਵਾਸ ਕਰਕੇ ਚੱਲੋ, ਗੁਰੂ ਆਪ ਤੁਹਾਡਾ ਮਾਰਗ ਉਲੀਕੇਗਾ। ਸਾਡਾ ਰਾਜ ਖਤਮ ਹੋ ਗਿਆ। ਜਿੰਨੀ ਸ਼ਾਨ ਨਾਲ ਅਤੇ ਜਿੰਨੀ ਬਹਾਦਰੀ ਨਾਲ ਉਹ ਇਸਟੈਬਲਿਸ਼ ਕੀਤਾ ਸੀ, ਉਨੀ ਹੀ ਡਰਪੋਕਤਾ ਨਾਲ, ਉਨੀ ਹੀ ਕਾਇਰਤਾ ਨਾਲ ਉਹ ਖਤਮ ਹੋ ਗਿਆ। ਸਾਨੂੰ ਸ਼ਰਮ ਆਉਂਦੀ ਹੈ, ਅਸੀਂ ਆਪਣੀ ਇਸ ਕਮਜ਼ੋਰੀ ਨੂੰ ਕਦੇ ਡੋਗਰਿਆਂ ਦੇ ਸਿਰ ਲਾ ਕੇ ਆਪਣੇ ਆਪ ਨੂੰ ਸੁਤੰਤਰ ਕਰ ਲੈਂਦੇ ਹਾਂ,
ਕਦੇ ਮਿਸਰਾਂ ਦੇ ਸਿਰ ਲਾ ਕੇ ਕਹਿ ਦਿੰਦੇ ਆ ਵੀ ਸਾਡਾ ਰਾਜ ਤਾਂ ਉਹਨਾਂ ਨੇ ਖਤਮ ਕਰਤਾ। ਤੁਸੀਂ ਕਾਹਦੇ ਵਾਸਤੇ ਸੀ ਬਈ ਉੱਥੇ? ਮੰਨ ਲਿਆ ਡੋਗਰਿਆਂ ਨੇ ਖਤਮ ਕਰਤਾ, ਤੁਸੀਂ ਕਾਹਦੇ ਵਾਸਤੇ ਸੀ? ਡੋਗਰੇ 2 ਜਾਂ 3 ਨੇ, ਤੁਸੀਂ ਉਹ ਦਰਜਨਾਂ ਦੀ ਗਿਣਤੀ 'ਚ ਬੈਠੇ ਹੋ, ਸਰਦਾਰ ਬਣੇ, ਜਰਨੈਲ ਬਣੇ, ਤੁਸੀਂ ਕਾਹਦੇ ਵਾਸਤੇ ਸੀ? ਜਿਹੜਾ ਦੂਜਾ ਬੰਦਾ ਹੁੰਦਾ, ਦੂਜਾ ਬੰਦਾ, ਉਹਨੇ ਆਪਣਾ ਮੌਕਾ ਤਕਾਉਣਾ ਹੀ ਤਕਾਉਣਾ। ਹਰ ਇੱਕ ਨੇ ਮੌਕਾ, ਜਦੋਂ ਰਾਜ ਭਾਗ ਜਾ ਰਿਹਾ ਹੁੰਦਾ ਉਦੋਂ ਹਰ ਬੰਦਾ ਆਪਣਾ ਮੌਕਾ ਤਕਾਉਂਦਾ ਹੁੰਦਾ। ਸੋ ਇੱਕ ਤਾਂ ਇਹ ਗੱਲ ਕਹਿਣੀ ਛੱਡ ਦਿਓ ਕਿ ਸਾਡਾ ਰਾਜ ਡੋਗਰਿਆਂ ਨੇ ਖਤਮ ਕਰਤਾ, ਇਹ ਗੱਲ ਕਹਿਣੀ ਛੱਡ ਦਿਓ। ਧੌਲਾ ਸਾਹਿਬ ਇਹ ਗੱਲ ਕਹਿਣੀ ਛੱਡ ਦਿਓ, ਸਾਡਾ ਰਾਜ ਭਾਗ ਸਾਡੀ ਕਮਜ਼ੋਰੀ ਕਰਕੇ ਗਿਆ। ਆਪਣਾ ਕਸੂਰ ਮੰਨ ਲਓ, ਆਪਣਾ ਕਸੂਰ ਮੰਨ ਲਓ। ਰੱਬ ਦੀ ਦਰਗਾਹ ਦੇ ਵਿੱਚ ਜਦ ਤੁਸੀਂ ਆਪਣਾ ਕਸੂਰ ਨਹੀਂ ਨਾ ਮੰਨੋਗੇ, ਜਦ ਤੱਕ ਅਕਾਲੀ ਉਹ ਮਾਫ ਨਹੀਂ ਕਰ। ਆਪਾਂ ਜੋ ਕਹਿੰਦੇ ਹਾਂ ਨਾ ਕਿ ਅਕਾਲੀਆਂ ਨੇ ਇੰਨੇ ਵੱਡੇ ਵੱਡੇ ਪਾਪ ਕੀਤੇ ਨੇ, ਅਜੇ ਤੱਕ ਵੀ ਉਹਨਾਂ ਨੇ ਮਾਫੀ ਨਹੀਂ ਮੰਗੀ। ਗੁਰੂ ਨੂੰ ਵੇਚ ਕੇ ਖਾ ਗਏ, ਅਜੇ ਤੱਕ ਵੀ ਮਾਫੀ ਨਹੀਂ ਮੰਗੀ। ਜਿਹੜੀ ਇਹ ਸਾਡੀ ਹੈ ਗੱਲ ਇਕਬਾਲ ਕਰਨ ਦੀ, ਸਾਡਾ ਭਾਗ ਜਿਹੜਾ ਖੁੱਸ ਗਿਆ ਇਹਦੇ ਖੁਦ ਅਸੀਂ ਜ਼ਿੰਮੇਵਾਰ ਹਾਂ। ਰੱਬ ਅੱਗੇ ਅਰਦਾਸ ਕਰੋ, ਗੁਰੂ ਗ੍ਰੰਥ ਸਾਹਿਬ ਅੱਗੇ ਖੜ੍ਹ ਕੇ, ਹੇ ਗੁਰੂ ਸਾਡੇ ਕੋਲ ਗਲਤੀਆਂ ਹੋਈਆਂ ਨੇ ਬਹੁਤ, ਅਸੀਂ ਆਪਣੇ ਰਾਜ ਭਾਗ ਨੂੰ ਬਚਾ ਨਹੀਂ ਸਕੇ, ਇਹ ਸਾਡਾ ਕਸੂਰ ਹੈ, ਸਾਨੂੰ ਦੁਬਾਰਾ ਬਲ ਬਖਸ਼, ਸਾਡੇ 'ਚ ਹਿੰਮਤ ਬਖਸ਼, ਅਸੀਂ ਆਪਣਾ ਰਾਜ ਭਾਗ ਦੁਬਾਰਾ ਫਿਰ ਐਸਟੈਬਲਿਸ਼ ਕਰ ਸਕੀਏ। ਸੱਚ ਜਾਣੋ ਗੁਰੂ ਤੁਹਾਡੀ ਬਾਂਹ ਫੜੇਗਾ, ਤੋ ਹੱਲ ਕਰਕੇ ਦੇਖੋ ਅਰਦਾਸ, ਹੇ ਗੁਰੂ ਸਾਨੂੰ ਮਾਫ ਕਰ ਦੇ, ਇਹ ਸਾਡਾ ਕਸੂਰ ਸੀ, ਅਸੀਂ ਆਪਣੇ ਰਾਜ ਭਾਗ ਦੀ ਰੱਖਿਆ ਨਹੀਂ ਕਰ ਸਕੇ, ਸਾਨੂੰ ਬਲ ਬਖਸ਼ ਹੁਣ, ਸਾਡਾ ਮਾਰਗਦਰਸ਼ਨ ਕਰ, ਅਸੀਂ ਆਪਣੇ ਰਾਜ ਭਾਗ ਨੂੰ ਰੀਐਸਟੈਬਲਿਸ਼ ਕਰਕੇ ਦੇਖੋ ਅਰਦਾਸ। 1-2 ਲੈਣਾ ਇਹ ਵੀ ਜੋੜ ਲੈ, ਕੋਈ ਫਰਕ ਨਹੀਂ ਪੈਂਦਾ। ਆਪਣੇ ਰਾਜ ਭਾਗ ਦੀ ਅਸੀਂ ਰਾਜ ਕਰੇਗਾ ਖਾਲਸਾ, ਇਹ ਤਾਂ ਦੋਹਰਾ ਪੜ੍ਹਦੇ ਹਾਂ, ਇਹ ਉਹਦੇ ਮੀਨਿੰਗ ਹੀ ਨੇ। ਜੇ ਕੌਮ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੱਗੇ ਇਹ ਆਪਣਾ ਦੋਸ਼ ਮੰਨ ਲਏਗੀ, ਵਾਹਿਗੁਰੂ ਜ਼ਰੂਰ ਹੀ ਤੁਹਾਡੀ ਗੱਲ ਸੁਣੇਗਾ, ਜ਼ਰੂਰ ਸੁਣੇਗਾ। ਇਹ ਸਾਡਾ ਵਿਸ਼ਵਾਸ, ਇਹ ਸਾਡਾ ਵਿਸ਼ਵਾਸ। ਅਖੀਰ ਤੇ ਇੱਕ ਗੱਲ ਕਹਿ ਕੇ ਮੈਂ ਮੁਕਾਵਾਂ। ਜਦੋਂ ਪਹਿਲੀ ਐਂਗਲੋ ਸਿੱਖ ਲੜਾਈ ਹੋ ਰਹੀ ਹੁੰਦੀ, ਪਹਿਲੀ ਐਂਗਲੋ ਸਿੱਖ ਮੁਸਕੀ ਦੀ, ਕਿਉਂਕਿ ਅੰਗਰੇਜ਼ ਸਿਆਣੇ ਸੀ, ਉਹਨਾਂ ਨੂੰ ਪਤਾ ਸੀ, ਕਿਉਂਕਿ ਰਣਜੀਤ ਸਿੰਘ ਦੇ ਹੁੰਦਿਆਂ ਉਹਨਾਂ ਨੇ ਅਨੇਕਾਂ ਵਾਰ ਖਾਲਸਾ ਫੌਜ ਦਾ ਮੁਆਇਨਾ ਕੀਤਾ, ਅਨੇਕਾਂ ਵਾਰ ਕਾਰਨਾਮੇ ਦੇਖੇ, ਪਠਾਣਾਂ ਨੂੰ ਹਰਾਉਂਦੇ ਦੇਖੇ ਨੇ ਅੰਗਰੇਜ਼ਾਂ ਨੇ। ਪਠਾਣਾਂ ਨੂੰ ਹਰਾਉਣਾ ਬਹੁਤ ਵੱਡੀ ਗੱਲ ਸੀ, ਬਹੁਤ ਵੱਡੀ। ਏਸ਼ੀਆ ਦੇ ਵਿੱਚ ਘੱਟੋ ਘੱਟ ਪਠਾਨ ਸ਼ਕਤੀ ਮੰਨੀ ਹੋਈ ਸੀ ਕਿ ਇਹ ਅਜਿੱਤ ਨੇ, ਇਹਨਾਂ ਨੂੰ ਕੋਈ ਨਹੀਂ ਹਰਾ ਸਕਦਾ। ਲੇਕਿਨ ਉਹਨਾਂ ਹੀ ਪਠਾਣਾਂ ਨੂੰ ਨੌਸ਼ਹਿਰੇ ਦੀ ਲੜਾਈ ਦੇ ਵਿੱਚ ਰਣਜੀਤ ਸਿੰਘ ਦੀਆਂ ਫੌਜਾਂ ਨੇ ਇਉਂ ਹਰਾਤਾ ਜਿਵੇਂ ਉਹਨਾਂ ਦੇ ਸਾਹਮਣੇ ਉਹ ਕੁਛ ਵੀ ਨਹੀਂ ਹੁੰਦੇ। ਇਹ ਸਭ ਅੰਗਰੇਜ਼ਾਂ ਨੇ ਦੇਖੇ ਹੋਏ ਸੀ। ਅੰਗਰੇਜ਼ਾਂ ਨੂੰ ਪਤਾ ਸੀ ਕਿ ਜਿਹੜੀ ਖਾਲਸਾ ਫੌਜ ਰਣਜੀਤ ਸਿੰਘ ਨੇ ਸਾਡੇ ਪੈਟਰਨ 'ਤੇ ਐਸਟੈਬਲਿਸ਼ ਕੀਤੀ ਹੋਈ ਹੈ, ਉਹਦੇ ਕਾਰਨਾਮੇ ਤਾਂ ਐਡੇ ਵੱਡੇ ਵੱਡੇ ਨੇ। ਇਹ ਜਿਹੜੇ ਜਰਨੈਲ ਸਾਨੂੰ ਆ ਕੇ ਕਹਿੰਦੇ ਨੇ ਕਿ ਅਸੀਂ ਆਪਣੀ ਫੌਜ ਨੂੰ ਹਰਾ ਦਾਂਗੇ, ਕੀ ਇਹਨਾਂ ਦੀ ਗੱਲ ਸੱਚੀ ਹੋ ਸਕੇਗੀ? ਆਪ 'ਚ ਗੱਲਾਂ ਕਰਦੇ ਨੇ, ਗਵਰਨਰ ਜਨਰਲ ਵੀ ਗੱਲਾਂ ਕਰਦਾ, ਕਮਾਂਡਰ ਇਨ ਚੀਫ ਵੀ ਗੱਲਾਂ ਕਰਦਾ। ਗਵਰਨਰ ਜਨਰਲ ਕਹਿ ਰਿਹਾ ਕਿ ਮੈਨੂੰ ਯਕੀਨ ਨਹੀਂ ਹੈ ਇਹਨਾਂ ਜਰਨੈਲਾਂ 'ਤੇ ਕਿ ਜੇ ਇਹ ਭੱਜ ਜਾਣਗੇ ਕੀ ਖਾਲਸਾ ਫੌਜ ਇਹਨਾਂ ਦਾ ਹੁਕਮ ਮੰਨੂਗੀ? ਦੇਖੋ, ਦੁਸ਼ਮਣ ਧਿਰ ਨੂੰ ਤਾਂ ਇੰਨਾ ਵਿਸ਼ਵਾਸ ਹੈ ਕਿ ਇਹ ਰਣਜੀਤ ਸਿੰਘ ਦੀ ਖੜੀ ਕੀਤੀ ਹੋਈ ਫੌਜ ਹੈ। ਮੁਦਕੀ ਦੀ ਲੜਾਈ ਦੇ ਵਿੱਚ ਲਾਲ ਸਿੰਘ ਜਰਨੈਲ ਸੀ, ਫੌਜ ਇਹਦੇ ਕੋਲੇ 40,000 ਦੇ ਕਰੀਬ ਸੀ, ਸਣੇ ਘੋੜਸਵਾਰ, ਸਣੇ ਪੈਦਲ। ਲੇਕਿਨ ਜਿਹੜੀ ਮੁਦਕੀ ਦੀ ਲੜਾਈ ਦੇ ਵਿੱਚ ਜਿਹੜੀ ਫੌਜ ਆਈ ਉਹ ਸਿਰਫ 10,000 ਸੀ, ਕਿਉਂਕਿ ਉਹਨੇ ਹਰਾਉਣਾ ਸੀ। ਉਹਦਾ ਮੇਨ ਮਕਸਦ ਖਾਲਸਾ ਫੌਜ ਨੂੰ ਹਰਾਉਣ ਦਾ ਸੀ, ਕਿਉਂਕਿ ਖਾਲਸਾ ਫੌਜ ਇਤਨੀ ਮਜ਼ਬੂਤ ਸੰਸਥਾ ਸੀ। ਖਾਲਸਾ ਫੌਜ ਦੇ ਹੁੰਦਿਆਂ ਕੋਈ ਖਾਲਸਾ ਰਾਜ ਨੂੰ ਖਤਮ ਨਹੀਂ ਸੀ ਕਰ ਸਕਦਾ। ਜਿਹੜੇ ਕਾਇਰ ਲੋਕ ਸਨ, ਗੀਦੀ ਲੋਕ,
ਖਾਲਸੇ ਦੇ ਜਿਹੜੇ ਨੌਕਰ ਰਹੇ ਹੋਏ ਸਨ ਉਹਨਾਂ ਨੇ ਇਹਨਾਂ ਦੇ ਦਿਮਾਗਾਂ 'ਚ ਗੱਲ ਪਾ ਦਿੱਤੀ ਸੀ, ਜਦ ਤੱਕ ਖਾਲਸਾ ਫੌਜ ਕਾਇਮ ਹੈ ਤੁਸੀਂ ਲਾਹੌਰ ਨੂੰ ਹਰਾ ਨਹੀਂ ਸਕਦੇ, ਲਾਹੌਰ ਨੂੰ ਜਿੱਤ ਨਹੀਂ ਸਕਦੇ ਜਦ ਤੱਕ ਖਾਲਸਾ ਫੌਜ ਕਾਇਮ ਹੈ। ਲਾਲ ਸਿੰਘ ਨੇ ਆਪਣੀਆਂ ਚਾਲਾਂ ਨਾਲ 40,000 ਦੇ ਵਿੱਚੋਂ 10,000 ਹੀ ਫੌਜ ਰੱਖ ਲਈ, ਬਾਕੀ ਕਿਤੇ ਉਰਾ ਪਰਾਂ ਵੰਡ ਦਿੱਤੀ ਤਾਂ ਕਿ ਪਹਿਲਾਂ 10,000 ਦੇ ਟੁਕੜੇ ਨੂੰ ਹਰਾ ਲਿਆ ਜਾਵੇ, ਬਾਕੀ ਨੂੰ ਫਿਰ ਵਾਰੀ ਵਾਰੀ ਹਰਾ ਲਾਂਗੇ।